Formation of p-n junction. ਜਦੋਂ p ਟਾਈਪ ਕ੍ਰਿਸਟਲ n ਟਾਈਪ ਕ੍ਰਿਸਟਲ ਨਾਲ ਸਿੰਗਲ ਪੀਸ ਬਣਾਉਣ ਲਈ ਕੰਟੈਕਟ ਵਿੱਚ ਆਉਂਦੇ ਹਨ ਤਾਂ p-n ਜੰਕਸ਼ਨ ਡਾਇਓਡ ਬਣਦਾ ਹੈ। p ਟਾਈਪ ਕ੍ਰਿਸਟਲ ਅਤੇ n ਟਾਈਪ ਕ੍ਰਿਸਟਲ ਦੇ ਕੰਟੈਕਟ ਦੇ ਸਰਫੇਸ ਨੂੰ ਜੰਕਸ਼ਨ ਕਿਹਾ ਜਾਂਦਾ ਹੈ ਅਤੇ ਪ੍ਰਾਪਤ ਹੋਏ ਨਵੇਂ ਪੀਸ ਨੂੰ p-n ਜੰਕਸ਼ਨ ਜਾਂ ਜੰਕਸ਼ਨ ਡਾਇਓਡ ਜਾਂ ਕ੍ਰਿਸਟਲ ਡਾਇਓਡ ਕਿਹਾ ਜਾਂਦਾ ਹੈ। p ਸੈਕਸ਼ਨ ਵਿੱਚ ਹੋਲਸ ਦੀ ਮੈਜੋਰਿਟੀ ਹੁੰਦੀ ਹੈ ਜਦਕਿ n ਸੈਕਸ਼ਨ ਵਿੱਚ ਇਲੈਕਟ੍ਰੌਨਸ ਦੀ ਮੈਜੋਰਿਟੀ ਹੁੰਦੀ ਹੈ। ਰਿਸਪੈਕਟਿਵ ਸੈਕਸ਼ਨਸ ਵਿੱਚ ਡਿਫਰੈਂਟ ਟਾਈਪਸ ਦੇ ਚੇਂਜਸ ਦੀ ਹਾਈ ਕਨਸੈਂਟ੍ਰੇਸ਼ਨ ਦੇ ਕਾਰਨ p ਰੀਜਨ ਦੇ ਹੋਲਸ n ਰੀਜਨ ਵਿੱਚ ਡਿਫਿਊਜ਼ ਹੋ ਜਾਂਦੇ ਹਨ ਅਤੇ n ਰੀਜਨ ਦੇ ਇਲੈਕਟ੍ਰੌਨਸ p ਰੀਜਨ ਵਿੱਚ ਡਿਫਿਊਜ਼ ਹੋ ਜਾਂਦੇ ਹਨ। ਦੋਨੋਂ ਕੇਸਿਸ ਵਿੱਚ ਜਦੋਂ ਇੱਕ ਇਲੈਕਟ੍ਰੌਨ ਇੱਕ ਹੋਲ ਨਾਲ ਮਿਲਦਾ ਹੈ ਤਾਂ ਉਹ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਕਰ ਦਿੰਦੇ ਹਨ ਅਤੇ as a result a thin layer at the junction becomes devoid of charge carriers which is termed as depletion layer। ਜੇ ਇਹ ਪ੍ਰੋਸੈਸ ਲਗਾਤਾਰ ਚੱਲਦਾ ਰਹੇ ਤਾਂ ਵੀ ਹੋਲਸ ਅਤੇ ਇਲੈਕਟ੍ਰੌਨਸ ਦੇ ਡਿਫਿਊਜ਼ਨ ਦੇ ਕਾਰਨ ਜੰਕਸ਼ਨ ਡਾਇਓਡ ਦੇ ਦੋਨੋਂ ਸੈਕਸ਼ਨਸ ਨਿਊਟਰਲ ਨਹੀਂ ਰਹਿਣਗੇ। ਜੰਕਸ਼ਨ ਡਾਇਓਡ ਦਾ p ਸੈਕਸ਼ਨ ਸਲਾਈਟਲੀ ਨੈਗੇਟਿਵ ਹੋ ਜਾਏਗਾ ਜਦਕਿ n ਸੈਕਸ਼ਨ ਪੋਜ਼ਿਟਿਵ ਹੋ ਜਾਵੇਗਾ। ਜੰਕਸ਼ਨ ਦੇ ਅਕ੍ਰੋਸ ਫਿਕਟੀਸ਼ੀਅਸ ਬੈਟਰੀ ਨੂੰ ਨੈਗੇਟਿਵ ਪੋਲ ਰਾਹੀਂ p ਰੀਜਨ ਨਾਲ ਕਨੈਕਟ ਕੀਤਾ ਜਾਂਦਾ ਹੈ ਅਤੇ n ਰੀਜਨ ਨੂੰ ਪੋਜ਼ਿਟਿਵ ਪੋਲ ਨਾਲ। ਮੈਜੋਰਿਟੀ ਚਾਰਜ ਕੈਰੀਅਰਸ ਦੀ ਮਾਈਗ੍ਰੇਸ਼ਨ ਕਾਰਨ ਜੰਕਸ਼ਨ ਵਿੱਚ ਪੈਦਾ ਹੋਏ ਪੋਟੈਂਸ਼ੀਅਲ ਡਿਫਰੈਂਸ ਨੂੰ ਪੋਟੈਂਸ਼ੀਅਲ ਬੈਰੀਅਰ ਕਿਹਾ ਜਾਂਦਾ ਹੈ। ਇਹ ਚਾਰਜ ਕੈਰੀਅਰਸ ਦੇ ਫਰਦਰ ਡਿਫਿਊਜ਼ਨ ਨੂੰ ਅਪੋਜ਼ ਕਰਦਾ ਹੈ। Let us now see the working of a junction diode. Forward bias. When a positive pole of an external DC source is connected to the P section, while negative pole to the N section of a junction diode, the junction diode is said to be forward biased. Forward bias ਦੇ ਦੌਰਾਨ P section ਵਿੱਚ positive holes p-n junction ਵੱਲ ਬੈਟਰੀ ਦੇ positive pole ਰਾਹੀਂ ਰਿਪੈਲ ਹੁੰਦੇ ਹਨ। ਇਸੇ ਤਰ੍ਹਾਂ n section ਵਿੱਚ negative electron ਜੰਕਸ਼ਨ ਵਿੱਚ ਬੈਟਰੀ ਦੇ negative pole ਰਾਹੀਂ ਰਿਪੈਲ ਹੁੰਦੇ ਹਨ। ਪਰ ਜੰਕਸ਼ਨ ਵਿੱਚ ਇਲੈਕਟ੍ਰੌਨਸ ਅਤੇ ਹੋਲਸ ਦੀ ਮੂਵਮੈਂਟ ਜੰਕਸ਼ਨ ਵਿੱਚ ਪੈਦਾ ਹੋਈ ਫਿਕਟੀਸ਼ੀਅਸ ਬੈਟਰੀ ਵੋਲਟੇਜ ਦੁਆਰਾ ਅਪੋਜ਼ ਹੋ ਜਾਂਦੀ ਹੈ। p-n ਜੰਕਸ਼ਨ ਦੇ ਨੇੜੇ ਇਲੈਕਟ੍ਰੌਨਸ ਅਤੇ ਹੋਲਸ ਕੰਬਾਈਨ ਹੁੰਦੇ ਹਨ ਅਤੇ ਉਹਨਾਂ ਦੀ ਐਗਜ਼ਿਸਟੈਂਸ ਐਜ਼ ਅ ਮੋਬਾਈਲ ਚਾਰਜ ਕੈਰੀਅਰਸ ਖਤਮ ਹੋ ਜਾਂਦੀ ਹੈ ਕਿਉਂਕਿ ਅਪਲਾਈਡ ਪੋਟੈਂਸ਼ੀਅਲ ਬੈਰੀਅਰ ਨੂੰ ਓਵਰਕਮ ਕਰ ਲੈਂਦਾ ਹੈ। ਜੰਕਸ਼ਨ ਦੇ ਨੇੜੇ ਬਣੇ ਹਰ ਇੱਕ ਇਲੈਕਟ੍ਰੌਨ ਹੋਲ ਕੰਬੀਨੇਸ਼ਨ ਲਈ ਬੈਟਰੀ ਦੇ ਪੋਜ਼ਿਟਿਵ ਪੋਲ ਨੇੜੇ p ਸੈਕਸ਼ਨ ਵਿੱਚ ਇੱਕ ਕੋਵੈਲੈਂਟ ਬੌਂਡ ਬ੍ਰੇਕ ਹੁੰਦਾ ਹੈ। ਇਲੈਕਟ੍ਰੌਨਸ ਅਤੇ ਹੋਲਸ ਦੇ ਪ੍ਰੋਡਿਊਸ ਹੁੰਦਿਆਂ ਹੀ ਇਲੈਕਟ੍ਰੌਨ ਪੋਜ਼ਿਟਿਵ ਟਰਮੀਨਲ ਦੁਆਰਾ ਕੈਪਚਰ ਕਰ ਲਏ ਜਾਂਦੇ ਹਨ। ਦੂਜੇ ਪਾਸੇ ਜਿੱਦਾਂ ਹੀ ਕੋਵੈਲੈਂਟ ਬੌਂਡ ਦੀ ਬ੍ਰੇਕਿੰਗ ਕਾਰਨ p ਸੈਕਸ਼ਨ ਵਿੱਚ ਹੋਲਸ ਕ੍ਰੀਏਟ ਹੁੰਦੇ ਹਨ ਉਦੋਂ ਹੀ ਬੈਟਰੀ ਦੇ ਨੈਗੇਟਿਵ ਟਰਮੀਨਲ ਤੋਂ n ਸੈਕਸ਼ਨ ਵਿੱਚ ਇਲੈਕਟ੍ਰੌਨ ਰਿਲੀਜ਼ ਹੁੰਦੇ ਹਨ ਜਿਹੜੇ ਜੰਕਸ਼ਨ ਤੇ ਹੋਲ ਨਾਲ ਕੰਬਾਈਨ ਹੋਣ ਕਾਰਨ ਲੂਜ਼ ਹੋਏ ਇਲੈਕਟ੍ਰੌਨ ਨੂੰ ਰਿਪਲੇਸ ਕਰਦੇ ਹਨ। ਇਹ ਇਲੈਕਟ੍ਰੌਨਸ ਜੰਕਸ਼ਨ ਵੱਲ ਮੂਵ ਕਰਦੇ ਹਨ। ਪਰਿਣਾਮ ਦੇ ਰੂਪ ਵਿੱਚ ਇੱਕ ਰਿਲੇਟਿਵਲੀ ਲਾਰਜ ਕਰੰਟ ਜਿਸ ਨੂੰ ਫਾਰਵਰਡ ਕਰੰਟ ਕਿਹਾ ਜਾਂਦਾ ਹੈ ਜੰਕਸ਼ਨ ਰਾਹੀਂ ਫਲੋ ਕਰਦਾ ਹੈ।
ਐਕਸਟਰਨਲ ਸਰਕਟ ਵਿੱਚ ਕਰੰਟ ਇਲੈਕਟ੍ਰੌਨਸ ਕਾਰਨ ਹੁੰਦਾ ਹੈ ਅਤੇ ਇਹ ਜੰਕਸ਼ਨ ਡਾਇਓਡ ਰਾਹੀਂ ਬੈਟਰੀ ਦੇ ਨੈਗੇਟਿਵ ਟਰਮੀਨਲ ਤੋਂ ਪੋਜ਼ਿਟਿਵ ਟਰਮੀਨਲ ਵੱਲ ਹੁੰਦਾ ਹੈ ਕਿਉਂਕਿ ਫਾਰਵਰਡ ਬਾਇਸ ਦੌਰਾਨ ਅਪਲਾਈਡ DC ਵੋਲਟੇਜ PN ਜੰਕਸ਼ਨ ਦੇ ਅਕ੍ਰੋਸ ਡਿਵੈਲਪਡ ਫਿਕਟੀਸ਼ੀਅਸ ਬੈਟਰੀ ਨੂੰ ਅਪੋਜ਼ ਕਰਦੀ ਹੈ ਇਸ ਕਾਰਨ ਪੂਰੇ PN ਜੰਕਸ਼ਨ ਵਿੱਚ ਪੋਟੈਂਸ਼ੀਅਲ ਡ੍ਰੌਪ ਡਿਕਰੀਜ਼ ਹੁੰਦਾ ਹੈ ਅਤੇ ਪੂਰੇ ਜੰਕਸ਼ਨ ਵਿੱਚ ਹੋਲਸ ਅਤੇ ਇਲੈਕਟ੍ਰੌਨਸ ਦਾ ਡਿਫਿਊਜ਼ਨ ਇਨਕਰੀਜ਼ ਹੁੰਦਾ ਹੈ ਜੋ ਕਿ ਡਿਪਲੀਸ਼ਨ ਲੇਅਰ ਨੂੰ ਥਿਨ ਕਰਦਾ ਹੈ ਇਸ ਕਰਕੇ ਫਾਰਵਰਡ ਬਾਇਸ ਦੌਰਾਨ ਜੰਕਸ਼ਨ ਡਾਇਓਡਸ ਲੋ ਰੈਜ਼ਿਸਟੈਂਸ ਦਰਸਾਉਂਦੇ ਹਨ ਆਓ ਹੁਣ ਰਿਵਰਸ ਬਾਇਸ ਵਿੱਚ ਜੰਕਸ਼ਨ ਡਾਇਓਡ ਦੀ ਵਰਕਿੰਗ ਵੇਖੀਏ ਰਿਵਰਸ ਬਾਇਸ When a battery is connected to junction diode with P section connected to negative pole and N section connected to the positive pole, the junction diode is said to be reverse bias. ਜਦੋਂ PN junction reverse biased ਹੁੰਦਾ ਹੈ ਤਾਂ P section ਵਿੱਚ holes majority carriers ਬੈਟਰੀ ਦੇ ਨੈਗੇਟਿਵ ਟਰਮੀਨਲ ਵੱਲ ਅਟਰੈਕਟ ਹੋ ਜਾਂਦੇ ਹਨ ਅਤੇ ਇਸੇ ਕਰਕੇ ਹੋਲਸ ਜੰਕਸ਼ਨ ਤੋਂ ਦੂਰ ਹੋ ਜਾਂਦੇ ਹਨ ਇਸੇ ਸਮੇਂ N ਸੈਕਸ਼ਨ ਦੇ ਇਲੈਕਟ੍ਰੌਨਸ ਪੋਜ਼ਿਟਿਵ ਟਰਮੀਨਲ ਵੱਲ ਅਟਰੈਕਟ ਹੋ ਜਾਂਦੇ ਹਨ ਅਤੇ ਜੰਕਸ਼ਨ ਤੋਂ ਦੂਰ ਚਲੇ ਜਾਂਦੇ ਹਨ ਕਿਉਂਕਿ very small number of holes and electrons which are minority carriers are left in the vicinity of the junction. ਇਸ ਕਰਕੇ practically ਕੋਈ current flow ਨਹੀਂ ਕਰਦਾ ਹਾਂ P region ਅਤੇ N regions ਵਿੱਚ thermally generated electron hole pairs ਕਾਰਨ ਕੁਝ current ਅਜੇ ਵੀ flow ਕਰ ਰਿਹਾ ਹੈ crystal molecules ਦੀ normal heat energy ਕਾਰਨ ਕੁਝ ਕੋਵੈਲੈਂਟ ਬੌਂਡਸ ਹਮੇਸ਼ਾ ਬ੍ਰੇਕ ਹੁੰਦੇ ਹਨ P ਰੀਜਨ ਵਿੱਚ ਇਸ ਪ੍ਰੋਸੈਸ ਰਾਹੀਂ ਲਿਬਰੇਟ ਹੋ ਰਹੇ ਇਲੈਕਟ੍ਰੌਨਸ ਜੰਕਸ਼ਨ ਰਾਹੀਂ ਲੈਫਟ ਵੱਲ ਮੂਵ ਕਰਦੇ ਹਨ ਇਸ ਕਰਕੇ ਇੱਕ ਸਮਾਲ ਇਲੈਕਟ੍ਰੌਨ ਹੋਲ ਕੰਬੀਨੇਸ਼ਨ ਕਰੰਟ ਜਿਸ ਨੂੰ ਰਿਵਰਸ ਕਰੰਟ ਕਿਹਾ ਜਾਂਦਾ ਹੈ ਮਾਈਨੋਰਿਟੀ ਕੈਰੀਅਰਸ ਰਾਹੀਂ ਮੇਨਟੇਨ ਕੀਤਾ ਜਾਂਦਾ ਹੈ ਜੇ ਰਿਵਰਸ ਬਾਇਸ ਬਹੁਤ ਹਾਈ ਹੁੰਦੀ ਹੈ ਤਾਂ ਜੰਕਸ਼ਨ ਦੇ ਨੇੜੇ ਸਾਰੇ ਕੋਵੈਲੈਂਟ ਬੌਂਡਸ ਟੁੱਟ ਜਾਂਦੇ ਹਨ ਇਲੈਕਟ੍ਰੌਨ ਹੋਲ ਪੇਅਰਸ ਦਾ ਇੱਕ ਲਾਰਜ ਨੰਬਰ ਹੁੰਦਾ ਹੈ ਅਤੇ ਰਿਲੇਟਿਵਲੀ ਹਾਈ ਵੈਲਿਊ ਤੇ ਰਿਵਰਸ ਕਰੰਟ ਐਬਰਪਟਲੀ ਇਨਕਰੀਜ਼ ਹੁੰਦਾ ਹੈ ਮੈਕਸਿਮਮ ਰਿਵਰਸ ਪੋਟੈਂਸ਼ੀਅਲ ਡਿਫਰੈਂਸ ਜੋ ਕਿ ਇੱਕ ਡਾਇਓਡ ਵਿਦਆਊਟ ਬ੍ਰੇਕਡਾਊਨ ਟੋਲਰੇਟ ਕਰ ਸਕਦਾ ਹੈ ਨੂੰ ਰਿਵਰਸ ਬ੍ਰੇਕਡਾਊਨ ਵੋਲਟੇਜ ਜਾਂ ਜ਼ੇਨਰ ਵੋਲਟੇਜ ਕਿਹਾ ਜਾਂਦਾ ਹੈ ਔਰ the maximum reverse potential difference which a diode can tolerate without breakdown is called reverse breakdown voltage or Zener voltage. Reverse bias ਦੌਰਾਨ ਵੀ applied DC voltage fictitious battery ਦੀ ਮਦਦ ਕਰਦਾ ਹੈ ਜੋ ਕਿ ਜੰਕਸ਼ਨ ਰਾਹੀਂ ਡਿਵੈਲਪ ਹੋਈ ਹੈ ਇਸ ਕਾਰਨ ਜੰਕਸ਼ਨ ਵਿੱਚ ਪੋਟੈਂਸ਼ੀਅਲ ਡ੍ਰੌਪ ਇਨਕਰੀਜ਼ ਹੁੰਦਾ ਹੈ ਅਤੇ ਨਤੀਜੇ ਵਜੋਂ ਜੰਕਸ਼ਨ ਰਾਹੀਂ ਹੋਲਸ ਅਤੇ ਇਲੈਕਟ੍ਰੌਨਸ ਦਾ ਡਿਫਿਊਜ਼ਨ ਡਿਕਰੀਜ਼ ਹੁੰਦਾ ਹੈ ਇਹ ਡਿਪਲੀਸ਼ਨ ਲੇਅਰ ਨੂੰ ਥਿਕ ਕਰਦਾ ਹੈ ਅਤੇ ਰਿਵਰਸ ਬਾਇਸ ਦੌਰਾਨ ਜੰਕਸ਼ਨ ਡਾਇਓਡ ਹਾਈ ਰੈਜ਼ਿਸਟੈਂਸ ਆਫਰ ਕਰਦਾ ਹੈ ਇਹ ਨੋਟਿਸ ਕੀਤਾ ਗਿਆ ਹੈ ਕਿ ਜਦੋਂ ਇਹ ਰਿਵਰਸ ਕਰੰਟ ਦੀ ਮਦਦ ਕਰਦਾ ਹੈ ਤਾਂ ਪੋਟੈਂਸ਼ੀਅਲ ਬੈਰੀਅਰ ਫਾਰਵਰਡ ਕਰੰਟ ਨੂੰ ਅਪੋਜ਼ ਕਰਦਾ ਹੈ Let us now see the characteristics of junction diode in both forward bias and reverse bias mode. ਇੱਥੇ ਪੋਟੈਂਸ਼ੀਓਮੀਟਰ ਜਾਂ ਰਿਓਸਟੈਟ ਰਾਹੀਂ
ਬੈਟਰੀ ਨੂੰ ਡਾਇਓਡ ਨਾਲ ਜੋੜਿਆ ਗਿਆ ਹੈ ਤਾਂ ਕਿ ਡਾਇਓਡ ਤੇ ਅਪਲਾਈਡ ਵੋਲਟੇਜ ਨੂੰ ਬਦਲਿਆ ਜਾ ਸਕੇ। ਵੋਲਟੇजेस ਦੀਆਂ ਡਿਫਰੈਂਟ ਵੈਲਿਊਜ਼ ਲਈ ਕਰੰਟ ਦੀ ਵੈਲਿਊ ਨੋਟ ਕੀਤੀ ਜਾਂਦੀ ਹੈ। V ਅਤੇ I ਵਿਚਕਾਰ ਗ੍ਰਾਫ ਪ੍ਰਾਪਤ ਹੁੰਦਾ ਹੈ। ਫਾਰਵਰਡ ਬਾਇਸ ਵਿੱਚ ਕਰੰਟ ਮੈਜ਼ਰਿੰਗ ਲਈ ਇੱਕ ਮਿਲੀ ਐਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਮਾਈਕਰੋਮੀਟਰ ਦੀ ਵਰਤੋਂ ਰਿਵਰਸ ਬਾਇਸ ਵਿੱਚ ਕਰੰਟ ਮੈਜ਼ਰ ਕਰਨ ਲਈ ਕੀਤੀ ਜਾਂਦੀ ਹੈ। ਸ਼ੁਰੂਆਤ ਵਿੱਚ ਫਾਰਵਰਡ ਬਾਇਸ ਦੇ ਕੇਸ ਵਿੱਚ ਲੋ ਅਪਲਾਈਡ ਵੋਲਟੇਜ ਦੇ ਕਾਰਨ ਕੋਈ ਵੀ ਕਰੰਟ ਜੰਕਸ਼ਨ ਡਾਇਓਡ ਰਾਹੀਂ ਫਲੋ ਨਹੀਂ ਕਰੇਗਾ। ਇਹ ਸਭ ਕੁਝ ਪੋਟੈਂਸ਼ੀਅਲ ਬੈਰੀਅਰ ਦੀ ਆਪੋਜੀਸ਼ਨ ਕਾਰਨ ਹੈ। ਇਸ ਕਰਕੇ ਇੱਕ ਸਮਾਲ ਕਰੰਟ ਜੋ ਕਿ OA ਰਾਹੀਂ ਰਿਪਰੈਜ਼ੈਂਟ ਹੋ ਰਿਹਾ ਹੈ ਫਲੋ ਕਰੇਗਾ ਜਦੋਂ ਤੱਕ ਕਿ ਅਪਲਾਈਡ ਫਾਰਵਰਡ ਬਾਇਸ ਪੋਟੈਂਸ਼ੀਅਲ ਬੈਰੀਅਰ ਵੋਲਟੇਜ ਨੂੰ ਐਕਸੀਡ ਨਹੀਂ ਕਰਦਾ। ਜਿਉਂ ਹੀ ਅਪਲਾਈਡ ਵੋਲਟੇਜ ਇਨਕਰੀਜ਼ ਹੁੰਦੀ ਹੈ ਅਤੇ ਪੋਟੈਂਸ਼ੀਅਲ ਬੈਰੀਅਰ ਵੋਲਟੇਜ ਨੂੰ ਐਕਸੀਡ ਕਰਦੀ ਹੈ, ਜਿਸ ਨੂੰ ਕਿ ਨੀ ਵੋਲਟੇਜ ਕਿਹਾ ਜਾਂਦਾ ਹੈ, ਫਾਰਵਰਡ ਕਰੰਟ ਲੀਨੀਅਰਲੀ ਇਨਕਰੀਜ਼ ਕਰਦਾ ਹੈ। ਫਾਰਵਰਡ ਬਾਇਸ ਦੇ ਦੌਰਾਨ ਡਿਪਲੀਸ਼ਨ ਲੇਅਰ ਥਿਨ ਹੋ ਜਾਂਦੀ ਹੈ ਅਤੇ ਇਸ ਕਰਕੇ ਇਹ ਜੰਕਸ਼ਨ ਡਾਇਓਡ ਲਈ ਲੋ ਰੈਜ਼ਿਸਟੈਂਸ ਦਰਸਾਉਂਦੀ ਹੈ। ਰਿਵਰਸ ਬਾਇਸ ਦੌਰਾਨ ਬਹੁਤ ਹੀ ਘੱਟ ਲਗਭਗ ਕਾਂਸਟੈਂਟ ਕਰੰਟ ਮਾਈਨੋਰਿਟੀ ਚਾਰਜ ਕੈਰੀਅਰਸ ਕਾਰਨ ਫਲੋ ਕਰਦਾ ਹੈ ਜਦੋਂ ਤੱਕ ਕਿ ਜ਼ੇਨਰ ਵੋਲਟੇਜ ਨਹੀਂ ਪ੍ਰਾਪਤ ਹੁੰਦੀ। ਰਿਵਰਸ ਬਾਇਸ ਮੈਜੋਰਿਟੀ ਕੈਰੀਅਰਸ ਨੂੰ ਅਪੋਜ਼ ਕਰਦਾ ਹੈ, ਪਰ ਮਾਈਨੋਰਿਟੀ ਕੈਰੀਅਰਸ ਨੂੰ PN ਜੰਕਸ਼ਨ ਕ੍ਰਾਸ ਕਰਨ ਲਈ ਅਲਾਉ ਕਰਦਾ ਹੈ। ਜ਼ੇਨਰ ਵੋਲਟੇਜ ਨੂੰ ਕ੍ਰਾਸ ਕਰਦਿਆਂ ਰਿਵਰਸ ਕਰੰਟ ਅਚਾਨਕ ਇਨਕਰੀਜ਼ ਕਰਦਾ ਹੈ, ਜਿਸ ਨੂੰ A-B- ਨਾਲ ਦਰਸਾਇਆ ਗਿਆ ਹੈ। ਰਿਵਰਸ ਬਾਇਸ ਦੌਰਾਨ ਡਿਪਲੀਸ਼ਨ ਲੇਅਰ ਥਿਕ ਹੋ ਜਾਂਦੀ ਹੈ ਅਤੇ ਇਹ ਜੰਕਸ਼ਨ ਡਾਇਓਡ ਲਈ ਹਾਈ ਰੈਜ਼ਿਸਟੈਂਸ ਦਰਸਾਉਂਦੀ ਹੈ।